ਧੰਨ ਵਾਹਿਗੁਰੂ ਜੀਓ। ਗੌੜੀ ਅਗਨ ਨਾ ਦਹੈ, ਪਵਨ ਨਹੀਂ ਮਗਨੈ। ਤਸਕਰ ਨੇਰ ਨ ਆਵੈ, ਰਾਮ ਨਾਮ ਧਨ ਕਰ ਸੰਚਾਉਨੀ। ਸੋ ਧਨ ਕਤਹੀ ਨਾ ਜਾਵੈ, ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ। ਇਹ ਸਾਰ ਧਨ ਕਹੀਐ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ। ਸੋ ਸੁਖ ਰਾਜ ਨਾ ਲਹੀਐ ਰਹਾਉ। ਇਸ ਧਨ ਕਾਰਣ ਸ਼ਿਵ ਸਨਕਾਦਿਕ ਖੋਜਤ ਭਏ ਉਦਾਸੀ। ਮਨ ਮੁਕੰਦ ਜਿਹਵਾ ਨਾਰਾਇਣ, ਪਰੈ ਨ ਜਮ ਕੀ ਫਾਸੀ। ਨਿਜ ਧਨ ਗਿਆਨ ਭਗਤ ਗੁਰ ਦੀਨੀ। ਤਾਸ ਸੁਮਤ ਮਨ ਲਾਗਾ, ਜਲਤ ਅੰਬ ਥੰਬ ਮਨ ਧਾਵਤ। ਭਰਮ ਬੰਧਨ ਭਉ ਭਾਗਾ, ਕਹੈ ਕਬੀਰ ਮਦਨ ਕੇ ਮਾਤੇ। ਹਿਰਦੈ ਦੇਖ ਵਿਚਾਰੀ, ਤੁਮ ਕਰ ਲਾਖ ਕੋਟ ਅਸ਼ਵ ਹਸਤੀ। ਹਮ ਘਰ ਏਕ ਮੁਰਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਨਾਲ ਸਰਵਣ ਕੀਤੇ ਹਨ। ਜਿਸ ਪਾਵਨ ਸ਼ਬਦ ਆਪ ਜੀ ਨੇ ਪਾਠ ਹੁਣੇ ਹੀ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 336 ਉੱਪਰ ਭਗਤ ਕਬੀਰ ਜੀ ਦਾ ਉਚਾਰਨ ਕੀਤਾ। ਇਹ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚ ਦਰਜ ਹੈ। ਸ਼ਬਦ ਦਾ ਜੋ ਰਹਾਉ ਦਾ ਬੰਦ ਹੈ, ਜਿਸ ਵਿੱਚ ਸ਼ਬਦ ਦਾ ਕੇਂਦਰੀ ਭਾਵ ਦਰਜ ਹੁੰਦਾ ਹੈ। ਭਗਤ ਜੀ ਨੇ ਪਰਮੇਸ਼ਰ ਵਾਹਿਗੁਰੂ ਦੀ ਯਾਦ ਨੂੰ, ਉਸ ਦੇ ਨਾਮ ਨੂੰ ਸਭ ਤੋਂ ਅਮੋਲਕ ਦੌਲਤ ਆਖਿਆ ਹੈ। ਮਨੁੱਖ ਨੇ ਜਿਉਂ-ਜਿਉਂ ਇਸ ਸੰਸਾਰ ਦੇ ਅੰਦਰ ਆਦ ਮਾਨਵ ਤੋਂ ਲੈ ਕੇ ਇੱਕ ਲੰਮੀਰਾ ਸਫ਼ਰ ਜਿਹੜਾ ਉਹ ਸ਼ੁਰੂ ਕੀਤਾ, ਤੈਅ ਕੀਤਾ, ਇਸ ਨੇ ਜ਼ਮੀਨ ਦੇ ਵਿੱਚੋਂ, ਸੰਸਾਰ ਦੇ ਵਿੱਚੋਂ, ਕੁਦਰਤ ਦੇ ਵਿੱਚੋਂ ਵੱਖ-ਵੱਖ ਧਾਤਾਂ ਤੇ ਵਸਤੂਆਂ ਨੂੰ
ਆਪਣੇ ਲਾਭ ਅਤੇ ਆਪਣੇ ਫਾਇਦੇ ਹਿੱਤ ਵਰਤਿਆ। ਸੋਨਾ, ਚਾਂਦੀ, ਹੀਰੇ, ਜਵਾਹਰਾਤ, ਕੀਮਤੀ ਧਾਤਾਂ ਵੀ ਇਸ ਨੂੰ ਇਸ ਮਿੱਟੀ ਵਿੱਚੋਂ, ਇਸ ਧਰਤੀ ਦੇ ਵਿੱਚੋਂ ਪ੍ਰਾਪਤ ਹੋਈਆਂ। ਵੱਧ ਤੋਂ ਵੱਧ ਕੀਮਤੀ, ਫਾਇਦੇਮੰਦ ਅਤੇ ਚੰਗੀਆਂ ਵਸਤੂਆਂ ਦੀ ਲੱਭਤ ਕਰਨ ਵਾਸਤੇ ਇਸ ਨੇ ਆਕਾਸ਼ ਦੀਆਂ ਉਚਾਈਆਂ ਤੱਕ, ਜ਼ਮੀਨ ਦੀਆਂ ਡੂੰਘਾਈਆਂ ਤੱਕ, ਸਮੁੰਦਰਾਂ ਦੀਆਂ ਗਹਿਰਾਈਆਂ ਤੱਕ, ਕੀ ਮਾਰੂਥਲ, ਕੀ ਉੱਚੇ ਪਹਾੜ, ਕੀ ਜੰਗਲ, ਹਰ ਸ਼ੈ ਨੂੰ ਇਸ ਨੇ ਖੋਜਿਆ ਅਤੇ ਬਾਦਸਤੂਰ ਅਜੇ ਤੱਕ ਇਹ ਖੋਜੀ ਜਾ ਰਿਹਾ ਹੈ। ਵੱਖ-ਵੱਖ ਜੀਵਨ ਦੇ ਖੇਤਰ ਨੂੰ ਸਵਾਰਨ ਵਾਸਤੇ ਦੇਹੀ ਨੂੰ ਰੋਗ ਲੱਗਦੇ ਸਨ, ਉਹਨਾਂ ਰੋਗਾਂ ਦੀਆਂ ਜੜੀ ਬੂਟੀਆਂ ਤੋਂ ਲੈ ਕੇ ਅਹਮ ਦਵਾਈਆਂ ਇਸ ਨੇ ਖੋਜੀਆਂ, ਜੁਗਤਾਂ ਲੱਭੀਆਂ। ਇਸ ਨੇ ਅਮੀਰ ਹੋਣ ਲਈ ਬੇਸ਼ੁਮਾਰ ਕੀਮਤੀ ਧਾਤਾਂ, ਹੀਰੇ, ਜਵਾਹਰਾਤ ਲੱਭੇ। ਇਸ ਨੇ ਖਾਣ ਲਈ ਵੱਖ-ਵੱਖ ਤਰ੍ਹਾਂ ਦੇ ਪਦਾਰਥ ਖੋਜੇ। ਇਸ ਨੇ ਪਹਿਨਣ ਲਈ ਵੱਖ-ਵੱਖ ਚੀਜ਼ਾਂ ਦੀ ਕਾਢ ਕੱਢੀ। ਇਸ ਨੇ ਸਫ਼ਰ ਕਰਨ ਲਈ, ਗੱਲ ਕਰਨ ਲਈ, ਵੇਖਣ ਲਈ, ਸੁਣਨ ਲਈ, ਮਨੋਰੰਜਨ ਲਈ, ਯਾਨੀ ਕਿ ਉਹ ਕਿਹੜਾ ਪਹਿਲੂ ਹੈ ਜਿੱਥੇ ਇਸ ਕੁਦਰਤ ਵਿੱਚੋਂ ਕੀਮਤੀ ਤੋਂ ਕੀਮਤੀ ਚੀਜ਼ਾਂ ਮਨੁੱਖ ਨੇ ਖੋਜੀਆਂ ਜਾਂ ਪੜਤਾਲੀਆਂ ਨਾ ਹੋਣ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਕਿਹਾ, ਇਹ ਸਾਰੀਆਂ ਲੱਭਤਾਂ ਤੇ ਪ੍ਰਾਪਤੀਆਂ ਜਿਹੜੀਆਂ ਨੇ, ਇੱਕ ਬੜਾ ਚੰਗਾ ਸਫ਼ਰ ਹੈ ਮਨੁੱਖ ਦਾ। ਇਸ ਵਿੱਚ ਕੋਈ ਦੋ ਰਾਏ ਨਹੀਂ, ਔਰ ਨਾ ਹੀ ਗੁਰਮਤਿ ਮਨਾਹੀ ਕਰਦੀ ਹੈ ਵੀ ਮਨੁੱਖ ਕੋਲ ਦੌਲਤ ਨਾ ਹੋਵੇ, ਪੈਸਾ ਨਾ ਹੋਵੇ, ਖੋਜਾਂ ਨਾ ਹੋਣ, ਲੱਭਤਾਂ ਨਾ ਹੋਣ, ਜਾਂ ਫਾਇਦੇ ਵਾਲੀਆਂ ਚੀਜ਼ਾਂ ਨਾ ਹੋਣ। ਸਾਰਾ ਕੁਝ ਆਪਣੀ ਜਗ੍ਹਾ ਦੇ ਉੱਤੇ ਲੋੜੀਂਦਾ ਹੈ, ਔਰ ਮਨੁੱਖ ਇਹਨੂੰ ਹਾਸਲ ਕਰਨ ਦਾ ਯਤਨ ਕਰਦਾ ਰਹਿੰਦਾ। ਸਟਰਗਲ ਤੇ ਸੰਘਰਸ਼ ਸਾਰੀ ਜ਼ਿੰਦਗੀ ਬੰਦੇ ਦਾ ਚੱਲੀ ਜਾਂਦਾ। ਪਰ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਚੀਜ਼ ਮਨੁੱਖ ਬੇਧਿਆਨੀ ਕਰਦਾ ਹੈ, ਜਿਸ ਵੱਲ ਧਿਆਨ ਨਹੀਂ ਕਰਦਾ, ਜਿਸ ਨੂੰ ਚਿਤਾਰਦਾ ਨਹੀਂ, ਉਹ ਹੈ ਆਤਮਕ ਜਾਂ ਮਾਨਸਿਕ ਅਮੀਰੀ। ਜਿਵੇਂ ਫਿਜ਼ੀਕਲੀ, ਸਰੀਰਕ ਤੌਰ ਤੇ, ਬਾਹਰੀ ਤੌਰ ਤੇ ਅਸੀਂ ਅਮੀਰ ਹੁੰਦੇ ਹਾਂ, ਜਿੰਨੀ ਸਾਡੇ ਕੋਲ ਪ੍ਰਾਪਰਟੀ ਹੋਵੇ, ਜਿੰਨਾ ਸਾਡੇ ਕੋਲ ਪੈਸਾ ਹੋਵੇ, ਜਿੰਨਾ ਸਾਡੇ ਕੋਲ ਬੈਂਕ ਬੈਲੈਂਸ ਤੇ ਸਾਧਨ ਹੋਣ, ਇਹ ਚੀਜ਼ਾਂ ਅਮੀਰੀ ਦੀ ਨਿਸ਼ਾਨੀ। ਵੀ ਰਿਚ ਆਦਮੀ ਹੈ, ਅਮੀਰ ਆਦਮੀ ਹੈ। ਉਸ ਮਨੁੱਖ ਦੇ ਰਹਿਣ ਸਹਿਣ ਤੋਂ ਆਪਾਂ ਅੰਦਾਜ਼ਾ ਲਾਉਂਦੇ ਹਾਂ, ਕਿੰਨੀ ਮਹਿੰਗੀ ਕਾਰ ਗੱਡੀ ਵਿੱਚ ਰਹਿੰਦਾ ਹੈ, ਕਿੰਨਾ ਵੱਡਾ ਘਰ ਹੈ, ਕਿੰਨੀ ਪ੍ਰਾਪਰਟੀ ਹੈ, ਕਿੰਨਾ ਬੈਂਕ ਬੈਲੈਂਸ ਹੈ, ਕਿੰਨਾ ਖੁੱਲ੍ਹਾ ਖਰਚਾ ਕਰਦਾ ਹੈ, ਕਿੰਨਾ ਉਸਦਾ ਬਿਜ਼ਨਸ ਹੈ, ਵਪਾਰ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਅਮੀਰੀ ਦੀ ਨਿਸ਼ਾਨੀ ਮੰਨਦੇ ਹਾਂ। ਗਰੀਬ ਨਵਾਜ਼ ਨੇ ਕਿਹਾ, ਬਾਹਰੀ ਤੌਰ ਦੇ ਉੱਤੇ ਮਨੁੱਖ ਅਮੀਰ ਹੈ, ਪਰ ਸੋਚਣਾ ਬਣਦਾ ਹੈ ਕਿ ਮਨੁੱਖ ਮਨ ਕਰਕੇ, ਸੁਰਤ ਕਰਕੇ ਵੀ ਇੰਨਾ ਅਮੀਰ ਹੋ ਪਾਇਆ। ਇਸ ਨੇ ਇੱਕ ਹੋਰ ਦੌਲਤ ਹੈ ਜਿਸ ਵੱਲ ਇਸ ਨੇ ਧਿਆਨ ਨਹੀਂ ਕੀਤਾ ਕਿ ਉਸ ਦੌਲਤ ਨੂੰ ਵੀ ਕਮਾਉਣ ਦਾ ਇਹਨੇ ਯਤਨ ਕੀਤਾ। ਪੁੱਛਿਆ, ਮਹਾਰਾਜ ਜੀ ਉਹ ਦੌਲਤ ਜਿਹੜੀ ਤੁਸੀਂ ਦੱਸਦੇ ਹੋ, ਪਹਿਲੋਂ ਤਾਂ ਉਹ ਦੌਲਤ ਕੀ ਹੈ, ਤੇ ਜੇ ਉਹ ਨਾ ਹੋਵੇ ਤੇ ਕੀ ਘਾਟਾ ਪੈਂਦਾ? ਮਹਾਰਾਜ ਫਰਮਾਉਂਦੇ, ਉਹ ਦੌਲਤ ਹੈ ਪਰਮੇਸ਼ਰ ਦਾ ਨਾਮ। ਨਾਮ ਇੱਕ ਆਇਡੈਂਟੀਫਿਕੇਸ਼ਨ ਹੈ ਉਸ ਬਖਸ਼ਿਸ਼ ਦੀ ਜਿਹੜੀ ਸਾਡੇ ਧੁਰ ਅੰਦਰ, ਹਿਰਦੇ, ਮਨ, ਸੁਰਤ ਵਿੱਚ ਵਸਦੀ ਹੈ, ਜਿਸ ਤੋਂ ਅਸੀਂ ਮਹਿਰੂਮ ਹਾਂ, ਅਣਜਾਣ ਹਾਂ, ਵਾਂਝੇ ਹਾਂ, ਜਿਸ ਨੂੰ ਅਸੀਂ ਤਲਾਸ਼ਦੇ, ਖੋਜਦੇ ਜਾਂ ਲੱਭਦੇ ਨਹੀਂ ਆਪਣੇ ਅੰਦਰੋਂ, ਤੇ ਜਿਸ ਤੋਂ ਬਿਨਾਂ ਅਸੀਂ ਦੌਲਤ ਦੇ ਢੇਰ ਉੱਤੇ ਬਹਿ ਕੇ ਵੀ ਭੁੱਖੇ ਰਹਿੰਦੇ। ਮਹਾਰਾਜ, ਉਹ ਦੌਲਤ ਅਗਰ ਨਹੀਂ ਹੋਏਗੀ ਤੇ ਕੀ ਨੁਕਸਾਨ ਹੋਏਗਾ? ਹਜ਼ੂਰ ਨੇ ਕਿਹਾ, ਮਨ ਦੀ ਭਟਕਣਾ ਦੂਰ ਨਹੀਂ ਹੋਏਗੀ। ਦੁਨੀਆ ਭਰ ਦੇ ਪਦਾਰਥਾਂ ਦੇ ਢੇਰ ਤੇ ਬਹਿ ਕੇ ਵੀ ਤੁਹਾਨੂੰ ਸੈਟਿਸਫੈਕਸ਼ਨ, ਸੰਤੁਸ਼ਟੀ ਹਾਸਲ ਨਹੀਂ ਹੋਏਗੀ। ਹਰ ਚੀਜ਼ ਜਿਹੜੀ ਹੈ ਉਹ ਤੁਹਾਡੇ ਕੋਲ ਅਵੇਲੇਬਲ ਹੋਵੇ, ਪਰ ਤੁਹਾਡੇ ਅੰਦਰ ਨੂੰ ਕੋਈ ਰਾਜ਼ੀ ਨਹੀਂ ਕਰ ਸਕਦਾ। ਅੰਦਰ ਮੁਸ਼ਕਲਾਂ ਨਾਲ ਘਿਰਿਆ ਰਹੇਗਾ, ਮਨ ਦੀ, ਸੁਰਤ ਦੀ ਦਸ਼ਾ ਵਿਗੜੀ ਰਹੇਗੀ।
ਨਾ ਸਬਰ ਹੋਏਗਾ, ਨਾ ਸੰਤੋਖ ਹੋਏਗਾ, ਨਾ ਸਿਦਕ ਹੋਏਗਾ, ਨਾ ਧੀਰਜ ਹੋਏਗਾ। ਇਹ ਅਦੁੱਤੀ ਗੁਣ ਜੇ ਜੀਵਨ 'ਚ ਨਾ ਹੋਏ ਤੇ ਆਪ ਸੋਚ ਕੇ ਵੇਖੋ ਵੀ ਬੰਦਾ ਭੋਜਨ ਖਾ ਰਿਹਾ ਹੋਵੇ ਪਰ ਭੁੱਖ ਦੂਰ ਨਾ ਹੋਏ ਤੇ ਬੰਦਾ ਖਾਂਦਿਆਂ ਖਾਂਦਿਆਂ ਕਈ ਵਾਰ ਖਿਝ ਜਾਂਦਾ। ਨੀਂਦ ਆ ਰਹੀ ਹੋਵੇ, ਬੰਦੇ ਨੂੰ ਨੀਂਦ ਆਈ ਜਾਵੇ, ਸੋਚੋ ਜ਼ਰਾ, ਬੰਦਾ ਸੁੱਤਾ ਸੁੱਤਾ ਕਿੰਨਾ ਕੁ ਸੌਂਏਗਾ? ਲਿਮਟ ਹੈ ਨਾ ਇੱਕ। ਸੌਂਦਿਆਂ ਸੌਂਦਿਆਂ ਕਈ ਵਾਰ ਹੱਡ ਪੈਰ ਸਰੀਰ ਜਿਹੜਾ ਦੁਖਣ ਲੱਗ ਜਾਂਦਾ ਹੈ, ਲੇਟ ਲੇਟ ਕੇ ਥੱਕ ਜਾਂਦਾ ਹੈ ਬੰਦਾ, ਪਰ ਨੀਂਦ ਅਜੇ ਵੀ ਆਈ ਜਾਂਦੀ, ਬੇਹੋਸ਼ੀ ਦੀ ਹਾਲਤ ਹੈ। ਸਰੀਰ ਨਹੀਂ ਝੱਲਦਾ ਵੀ ਮੈਂ ਬਹੁਤਾ ਲੰਮਾ ਸਮਾਂ ਲੇਟਿਆ ਰਹਾ, ਪਰ ਨੀਂਦ ਆ ਰਹੀ। ਭੁੱਖ ਲੱਗੀ ਜਾਂਦੀ ਹੈ, ਬੰਦਾ ਖਾਈ ਜਾਂਦਾ ਹੈ, ਖਾਈ ਜਾਂਦਾ, ਮੂੰਹ ਥੱਕ ਜਾਂਦਾ ਹੈ, ਜਬਾੜਾ ਥੱਕ ਜਾਂਦਾ ਹੈ, ਦੰਦ ਥੱਕ ਜਾਂਦੇ ਨੇ, ਗਲਾ ਥੱਕ ਜਾਂਦਾ ਹੈ, ਪੇਟ ਥੱਕ ਜਾਂਦਾ ਹੈ, ਪਰ ਭੁੱਖ ਲੱਗੀ ਜਾਂਦੀ ਹੈ। ਫਿਰ ਐਸੀ ਦਸ਼ਾ 'ਚ ਤੁਸੀਂ ਸੋਚੋ ਵੀ ਮਨੁੱਖ ਖੁਦ ਹੀ ਉਸ ਚੀਜ਼ ਤੋਂ ਅੱਕ ਜਾਂਦਾ ਹੈ ਜਿਹੜੀ ਚੀਜ਼ ਲਈ ਉਹ ਤਰਸਦਾ ਹੁੰਦਾ। ਉਹਨੂੰ ਨਵੀਂ ਨਵੀਂ ਡਿਸ਼ ਬਣਾ ਕੇ ਕਹਿੰਦਾ ਮੇਰਾ ਮੂੰਹ ਥੱਕ ਗਿਆ, ਮੇਰਾ ਗਲਾ ਦੁਖਣ ਲੱਗ ਗਿਆ ਖਾ ਖਾ ਕੇ, ਮੇਰਾ ਪੇਟ ਤਕਲੀਫ ਵਿੱਚ ਹੈ, ਮੈਥੋਂ ਨਹੀਂ ਖਾਧਾ ਜਾਂਦਾ। ਭੁੱਖ ਲੱਗਦੀ, ਭੁੱਖ ਲੱਗੀ ਜਾਏ ਪਰ ਪਦਾਰਥ ਜਿਹੜਾ ਸਾਡੀ ਭੁੱਖ ਦੂਰ ਨਾ ਕਰ ਸਕੇ। ਸੋਚ ਕੇ ਵੇਖੋ ਕਿਹੋ ਜਿਹੀ ਦਸ਼ਾ, ਉਹ ਸਿਚੁਏਸ਼ਨ ਕਿਹੋ ਜਿਹੀ ਹੋਈ। ਨੀਂਦ ਆਈ ਜਾਵੇ ਸਾਨੂੰ, ਭਾਵੇਂ ਸੋਨੇ ਦੇ ਪਲੰਘ ਦੇ ਉੱਤੇ ਕੋਈ ਲਟਾ ਦੇ, ਸਰੀਰ ਦੁਖੀ ਜਾਏ ਸੌਂ ਸੌਂ ਕੇ, ਲੇਟ ਲੇਟ ਕੇ। ਠੀਕ ਇਸੇ ਤਰ੍ਹਾਂ ਪ੍ਰਭਤਾ ਮਿਲ ਜਾਏ, ਮਾਣ ਮਿਲ ਜਾਏ, ਪਰ ਅੰਦਰ ਦੀ ਖਿੱਚ ਤੇ ਭੁੱਖ ਉਸੇ ਤਰ੍ਹਾਂ ਹੀ ਰਵੇ। ਦੁਨੀਆ ਦੀ ਬੇਸ਼ੁਮਾਰ ਦੌਲਤ ਪਦਾਰਥ ਸਾਨੂੰ ਮਿਲ ਜਾਣ, ਪਰ ਅੰਦਰ ਤਰਸੇਵਾਂ ਉਸੇ ਤਰ੍ਹਾਂ ਰਵੇ, ਅੰਦਰ ਨਾ ਰੱਜੇ, ਬੰਦੇ ਨੂੰ ਸਕੂਨ ਨਾ ਮਿਲੇ ਮਨ ਕਰਕੇ, ਤਾਂ ਮਨੁੱਖ ਦੀ ਦਸ਼ਾ ਵੀ ਉਸ ਆਦਮੀ ਵਰਗੀ ਹੈ ਜਿਸ ਨੂੰ ਨੀਂਦ ਆਈ ਜਾਂਦੀ ਹੈ, ਪਰ ਸੌਂ ਸੌਂ ਕੇ, ਲੇਟ ਲੇਟ ਕੇ ਸਰੀਰ ਵੀ ਦੁਖਦਾ, ਨਕਾਰਾ ਹੋਈ ਜਾਂਦਾ। ਭੁੱਖ ਲੱਗੀ ਜਾਂਦੀ ਹੈ, ਖਾ ਖਾ ਕੇ ਮੂੰਹ ਜਬਾੜਾ, ਦੰਦ ਘਸੀ ਜਾਂਦੇ ਨੇ, ਦੁਖੀ ਜਾਂਦੇ ਨੇ, ਗਲਾ ਦੁਖੀ ਜਾਂਦਾ ਹੈ, ਪੇਟ ਡਿਸਟਰਬ ਹੋਈ ਜਾਂਦਾ ਹੈ, ਪਰੇਸ਼ਾਨੀ ਹੈ। ਹੁਣ ਪਾਤਸ਼ਾਹ ਮਹਾਰਾਜ ਕਹਿੰਦੇ ਇਉਂ ਸਮਝੋ ਬਸ ਵੀ ਜਿਹੜੇ ਧਨ ਦੀ ਮੈਂ ਗੱਲ ਕਰਦਾ, ਜੇ ਉਹ ਧਨ ਮਨੁੱਖ ਨੇ ਜੀਵਨ 'ਚ ਨਹੀਂ ਨਾ ਕਮਾਇਆ, ਉਹ ਹੈ ਇੱਕ ਸੈਟਿਸਫੈਕਸ਼ਨ, ਇੱਕ ਰਜੇਵਾਂ, ਇੱਕ ਤ੍ਰਿਪਤੀ, ਅੰਦਰ ਦੀ ਖੁਸ਼ੀ, ਅੰਦਰ ਦਾ ਆਨੰਦ, ਅੰਦਰ ਦਾ ਸਕੂਨ, ਅੰਦਰ ਦਾ ਠਹਿਰਾਓ। ਇਹ ਉਹ ਕੀਮਤੀ ਦੌਲਤ ਹੈ ਜਿਹੜੀ ਥੋੜੇ ਵਿੱਚ ਵੀ ਬੰਦੇ ਨੂੰ ਖੁਸ਼ ਰੱਖਦੀ ਹੈ। ਜੇ ਇਹ ਦੌਲਤ ਨਹੀਂ ਨਾ ਕਮਾਈ ਤੇ ਬਾਹਰ ਦੇ ਪਦਾਰਥ ਹੁੰਦਿਆਂ, ਧਨ ਹੁੰਦਿਆਂ ਵੀ ਬੰਦਾ ਇਵੇਂ ਮਹਿਸੂਸ ਕਰਦਾ ਹੈ, ਤੇ ਮਹਿਸੂਸ ਉਹਦੇ ਤੋਂ ਹੁੰਦਾ ਹੈ ਉਹਦੀ ਸੰਗਤ 'ਚ ਬਹਿ ਕੇ, ਇਹ ਬੰਦਾ ਰੱਜਿਆ ਹੋਇਆ ਨਹੀਂ, ਇਹਦੇ ਵਰਗਾ ਦੁਖੀ ਤੇ ਨਕਾਰਾ ਬੰਦਾ ਕੋਈ। ਇਹ ਬੰਦੇ ਨੂੰ ਘਾਟਾਂ ਹੀ ਘਾਟਾਂ ਨੇ। ਇਹ ਬੰਦਾ ਕਦੇ ਵੀ ਖੁਸ਼ ਨਹੀਂ ਹੋ ਸਕਦਾ, ਕਿਉਂਕਿ ਉਹ ਜਿਹੜੀ ਖੁਸ਼ੀ ਲੱਭਦਾ, ਉਹ ਜਿਹੜਾ ਸੁੱਖ ਲੱਭਦਾ, ਪਦਾਰਥ ਦੀ ਜਿੰਨੀ ਕੁ ਸਮਰੱਥਾ ਹੈ ਉਨਾ ਹੀ ਉਹਨੇ ਸੁੱਖ ਦੇਣਾ। ਚੇਤੇ 'ਚ ਰੱਖੋ, ਜਿਵੇਂ ਆਪਾਂ ਗੱਡੀ 'ਚ ਬੈਠੀਏ, ਜਿੰਨੀ ਉਹਦੀ ਸਪੀਡ ਹੈ, ਜਿੰਨੀ ਸਪੀਡ 'ਤੇ ਉਹ ਚੱਲ ਸਕਦੀ ਉਨੀ ਚੱਲ ਸਕਦੀ, ਉਦੋਂ ਵੱਧ ਕਿਵੇਂ ਚੱਲ ਪਏ। ਆਪਾਂ ਲਾਈਟ ਲਾਉਂਦੇ ਹਾਂ, ਲਾਈਟ ਦੀ ਆਪਣੀ ਇੱਕ ਹੱਦ ਹੈ, ਇੱਕ ਲਿਮਟ ਹੈ ਵੀ ਉਹ ਕਿੰਨੇ ਵਾਟ, ਕਿੰਨਾ ਪ੍ਰਕਾਸ਼, ਕਿੰਨਾ ਚਾਨਣ ਕਰ ਸਕਦੀ ਹੈ, ਉਦੋਂ ਵੱਧ ਨਹੀਂ ਨਾ ਕਰ ਸਕਦੀ। 10 ਵਾਟ ਦਾ ਬਲਬ ਲਾ ਕੇ ਹੁਣ ਤੁਸੀਂ ਆਖੋ 50 ਵਾਟ ਦਾ ਚਾਨਣ ਦੇਵੇ, ਕਿਵੇਂ ਦੇਵੇ? ਜਿਵੇਂ ਇੱਕ ਗਲਾਸ ਦੇ ਵਿੱਚ ਇੱਕ ਪਾਈਆ ਪਾਣੀ ਜਾਂ ਦੁੱਧ ਪੈ ਸਕਦਾ, ਤੇ ਤੁਸੀਂ ਅੱਧਾ ਕਿਲੋ ਪਾਉਣ ਦੀ ਕੋਸ਼ਿਸ਼ ਕਰੋ, ਕਿਵੇਂ ਪੈ ਜਾਏ? ਜਦੋਂ ਉਹਦੀ ਸਮਾਈ ਨਹੀਂ ਹੋਏਗੀ, ਉਹਦੀ ਸਮਰੱਥਾ ਹੀ ਇੰਨੀ ਨਹੀਂ, ਦਾਇਰਾ ਹੀ ਇੰਨਾ ਨਹੀਂ। ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਠੀਕ ਇਸੇ ਢੰਗ ਨਾਲ ਪਦਾਰਥ ਦੀ ਸਮਰੱਥਾ ਹੀ ਇੰਨੀ ਕੁ ਹੈ ਵੀ ਉਹ ਤੁਹਾਨੂੰ ਜਿੰਨੀ ਪਦਾਰਥ ਦੀ ਸਮਰੱਥਾ ਉਹਨਾਂ ਕੋਲ ਸੁੱਖ ਤੁਹਾਨੂੰ ਦੇ ਦਿੰਦਾ, ਉਹਨਾਂ ਕੋਲ ਉਹ ਤੁਹਾਨੂੰ ਸਹੂਲਤ ਦੇ ਦਿੰਦਾ। ਪਦਾਰਥ ਦੀ ਇੰਨੀ ਸਮਰੱਥਾ ਨਹੀਂ ਹੈ ਵੀ ਉਹ ਤੁਹਾਡੇ ਅੰਦਰ ਨੂੰ ਸੈਟਿਸਫੈਕਸ਼ਨ ਵੀ ਦੇਵੇ, ਤੁਹਾਨੂੰ ਕਮਾਉਣੀ ਪੈਂਦੀ, ਉਹ ਤੁਹਾਨੂੰ ਧੀਰਜ ਵੀ ਦੇਵੇ, ਉਹ ਤੁਹਾਨੂੰ ਖੁਦ ਕਮਾਉਣਾ ਪੈਂਦਾ। ਪਦਾਰਥ ਉਹਦੀ ਪ੍ਰੋਡਕਸ਼ਨ ਨਹੀਂ ਕਰ ਸਕਦਾ, ਵਸਤੂ ਉਹਦੀ ਪ੍ਰੋਡਕਸ਼ਨ ਨਹੀਂ ਕਰ ਸਕਦੀ ਉਸ ਸੁੱਖ ਦੀ, ਜਿਹੜਾ ਸੁੱਖ ਅਸੀਂ ਖੁਦ ਕਮਾਉਣਾ ਹੈ, ਆਪਣੇ ਅੰਦਰੋਂ ਖੋਜਣਾ, ਤਲਾਸ਼ਣਾ ਹੈ।
ਉਹ ਤਲਾਸ਼ਿਆ ਜਾਣਾ ਹੈ ਚਿੰਤਨ ਵਿੱਚੋਂ, ਉਹ ਤਲਾਸ਼ਿਆ ਜਾਣਾ ਹੈ ਵਾਹਿਗੁਰੂ ਦੀ ਯਾਦ ਵਿੱਚੋਂ, ਗੁਰੂ ਸ਼ਬਦ ਦੀ ਕਮਾਈ ਵਿੱਚੋਂ, ਮਨ ਨੂੰ ਸਾਧਣਾ, ਮਨ ਨੂੰ ਸਵਾਰਨਾ। ਉਹ ਦੌਲਤ ਉੱਥੋਂ ਪ੍ਰਾਪਤ ਹੋਣੀ ਹੈ, ਉਹ ਪਦਾਰਥ ਚੋਂ ਨਹੀਂ। ਪਦਾਰਥ ਦਾ ਤੇ ਆਪਣਾ ਜਿੰਨੀ ਕੁ ਦੀ ਸਮਰੱਥ ਹੈ ਉਨੀ ਕੁ ਸਾਨੂੰ ਸਹੂਲਤ ਦੇ ਦਿੰਦਾ ਪਦਾਰਥ ਸਰੀਰਕ ਤੌਰ ਤੇ। ਇਸ ਲਈ ਹਜ਼ੂਰ ਫਰਮਾਉਂਦੇ ਨੇ ਹਮਰਾ ਧਨ। ਭਗਤ ਕਬੀਰ ਜੀ ਦਾ ਇੱਕ ਸ਼ਬਦ ਅੱਗੇ ਜਾ ਕੇ ਆਏਗਾ, ਕਿਨਹੀ ਬਨਜਿਆ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਨਜਿਆ ਰਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਹਰ ਕੇ ਨਾਮ ਕੇ व्यापारी, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਫਰਮਾਇਆ, ਕਹਿੰਦੇ ਹਮਰਾ ਧਨ, ਮੇਰੀ ਦੌਲਤ, ਮੇਰੇ ਕੋਲ ਜਿਹੜੀ ਦੌਲਤ ਹੈ ਉਹ ਕੀ ਹੈ? ਮਾਧੋ ਗੋਬਿੰਦ ਧਰਣੀ ਧਰ। ਮੇਰੀ ਦੌਲਤ ਹੈ ਸ੍ਰਿਸ਼ਟੀ ਦਾ ਸਿਰਜਣਹਾਰ। ਮੈਂ ਜਿਹੜੀ ਉਹ ਸਿਰਜਣ ਸ਼ਕਤੀ ਹੈ ਨਾ, ਕਿੰਨਾ ਕੁਝ ਉਹ ਸਿਰਜਦੀ ਹੈ, ਕਿੰਨਾ ਕੁਝ ਉਹ ਬਣਾਉਂਦੀ ਹੈ, ਕਿੰਨਾ ਕੁਝ ਉਹ ਚਲਾਉਂਦੀ ਹੈ, ਉਹ ਜਿਹੜੀ ਸਿਰਜਣ ਸ਼ਕਤੀ ਹੈ ਉਹਦੇ ਨਾਲ ਮੇਰੀ ਇੱਕ ਸੁਰਤਾ, ਉਹਦੀ ਇਸ ਖੂਬੀ ਨਾਲ ਮੇਰੀ ਇੱਕ ਸੁਰਤਾ ਹੋ ਗਈ ਤੇ ਮੈਂ ਉਸ ਨੂੰ ਮਾਣਦਾ ਰਹਿਣਾ ਕਿ ਬਾ ਕਮਾਲ ਹੈ। ਮਾਧੋ ਜੋ ਮਾਇਆ ਦਾ ਮਾਲਕ ਹੈ, ਇਹ ਸਾਰਾ ਧਨ ਪਦਾਰਥ ਜਿਹਦੇ ਕੰਟਰੋਲ 'ਚ ਹੈ, ਕੁਦਰਤ ਜੀ ਦੇ ਕੰਟਰੋਲ 'ਚ ਹੈ। ਧਰਣੀ ਧਰ, ਜੋ ਕੁੱਲ ਕਾਇਨਾਤ ਨੂੰ ਆਸਰਾ ਦੇਣ ਵਾਲਾ ਹੈ। ਕਿਵੇਂ ਕੁੱਲ ਕਾਇਨਾਤ ਕਿਸ ਆਸਰੇ ਤੇ ਚੱਲ ਰਹੀ ਹੈ, ਕੀ ਬੇਸ ਹੈ ਇਹਦਾ? ਜਦੋਂ ਮੈਂ ਵਾਹਿਗੁਰੂ ਦੇ ਐਸੇ ਅਪਾਰ ਹੁਕਮ ਨੂੰ ਨੀਝ ਨਾਲ ਮਹਿਸੂਸ ਕਰਦਾ, ਉਹਦੀਆਂ ਖੂਬੀਆਂ ਨੂੰ ਵੇਖਦਾ, ਉਹਦੇ ਗੁਣਾਂ ਤੋਂ ਮੁਤਾਸਰ ਹੁੰਦਾ, ਪ੍ਰਭਾਵਿਤ ਹੁੰਦਾ, ਮੇਰਾ ਮਨ ਵਿਸਮਾਦ ਦੀ ਅਵਸਥਾ 'ਚ ਜਾਂਦਾ ਹੈ, ਤਾਂ ਮੈਨੂੰ ਲੱਗਦਾ ਇਹ ਹੈ ਸਾਰ ਧਨ ਕਹੀ ਹੈ। ਉਸ ਦਾ ਨਾਮ, ਉਸ ਦੀ ਯਾਦ ਹੀ ਸਭ ਤੋਂ ਦੁਨੀਆ ਦੀ ਅਜ਼ੀਮ ਦੌਲਤ ਹੈ, ਸ੍ਰੇਸ਼ਟ ਦੌਲਤ। ਉਹਦੇ ਨਾਮ ਦੀ ਦੌਲਤ ਵਰਗੀ ਦੌਲਤ ਦੁਨੀਆ 'ਚ ਕੋਈ। ਸਾਰ ਦਾ ਅਰਥ ਹੈ ਸ੍ਰੇਸ਼ਟ। ਫਿਰ ਕਹਿੰਦੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ। ਸੇਵਾ ਦਾ ਅਰਥ ਹੈ ਸੇਵਣਾ, ਚੇਤਾ ਕਰਨਾ, ਚਿੰਤਨ ਕਰਨਾ, ਖਿਆਲ ਸ਼ਕਤੀ ਵਿੱਚ ਵਸਾ ਲੈਣਾ। ਜਿਹੜਾ ਸੁੱਖ ਕਹਿੰਦੇ ਨੇ ਉਸ ਵਾਹਿਗੁਰੂ ਨੂੰ ਚੇਤੇ ਕਰਨ 'ਚ ਆਉਂਦਾ ਹੈ, ਉਹਦੀ ਯਾਦ ਵਿਹਾਨੀ ਵਿੱਚ ਆਉਂਦਾ ਹੈ, ਉਸ ਦੇ ਗੁਣਾਂ ਤੋਂ ਮੁਤਾਸਰ ਹੋ ਕੇ ਮਨ ਨੂੰ ਵਿਸਮਾਦ ਵਿੱਚ ਖੜਨ ਵਿੱਚ ਆਉਂਦਾ ਹੈ। ਸੋ ਸੁਖ ਰਾਜ ਨਾ ਲਈਏ। ਇਹ ਸੁੱਖ ਤਾਂ ਰਾਜੇ ਕੋਲ ਵੀ ਨਹੀਂ, ਰਾਜ ਭਾਗ ਮੰਨਣ ਵਾਲੇ ਕੋਲ ਵੀ ਨਹੀਂ, ਤੇ ਇਹ ਸੁੱਖ ਤੇ ਰਾਜ ਵੀ ਨਹੀਂ ਦੇ ਸਕਦਾ। ਰਾਜ ਦਾ ਅਰਥ ਕੀ ਹੈ? ਸੱਤਾ, ਪਾਵਰ, ਸੋਵਰਨਟੀ। ਇੰਨੀ ਵੱਡੀ ਸਮਰੱਥਾ, ਤੁਹਾਡੇ ਕੋਲ ਹਰ ਚੀਜ਼ ਦਾ ਕੰਟਰੋਲ ਹੈ, ਤਾਕਤ ਹੈ, ਤੁਸੀਂ ਜੋ ਚਾਹੋ ਉਹ ਲੋਕਾਂ ਤੇ ਕਰ ਸਕਦੇ ਹੋ, ਕੋਈ ਕਾਨੂੰਨ ਬਣਾ ਸਕਦੇ ਹੋ, ਲੋਕ ਤੁਹਾਡੇ ਅੱਗੇ ਝੁਕਦੇ ਨੇ। ਉਹਦੇ ਵਿੱਚ ਵੀ ਉਹ ਸੈਟਿਸਫੈਕਸ਼ਨ ਨਹੀਂ, ਉਹਦੇ ਵਿੱਚ ਵੀ ਉਹ ਰਜੇਵਾਂ ਤੇ ਤ੍ਰਿਪਤੀ ਨਹੀਂ, ਕਿਉਂਕਿ ਰਾਜਿਆਂ ਨੂੰ ਵੀ ਭੈ, ਇੱਕ ਰਾਜੇ ਨੂੰ ਭੈ ਹੁੰਦਾ ਹਮੇਸ਼ਾ ਵੀ ਉਸ ਨੂੰ ਰਾਜ ਗੱਦੀ ਤੋਂ ਲਾਹ ਨਾ ਦਿੱਤਾ ਜਾਏ। ਫਿਰ ਉਸ ਨੂੰ ਦੂਜਾ ਭੈ ਇਹ ਹੁੰਦਾ ਹੈ ਕਿ ਉਹਦੀ ਖਜ਼ਾਨਿਆਂ ਦੀ ਦੌਲਤ ਘਟ ਨਾ ਜਾਏ। ਤੀਜਾ ਭੈ ਉਸ ਨੂੰ ਇਹ ਹੁੰਦਾ ਹੈ ਕਿ ਕੋਈ ਸ਼ਰੀਕ ਗੁਆਂਢੀ ਰਾਜਾ ਉਸ ਦੀ ਸਟੇਟ, ਉਸ ਦੇ ਰਾਜ ਦੇ ਉੱਤੇ ਹਮਲਾਵਰ ਹੋ ਕੇ ਉਸ ਲਈ ਖਤਰਾ ਨਾ ਬਣੇ। ਰਾਜੇ ਨੂੰ ਵੈਰ ਵੀ ਹੁੰਦਾ ਹੈ ਆਲੇ ਦੁਆਲੇ ਨਾਲ, ਬਰਾਬਰ ਦੇ ਲੋਕਾਂ ਨਾਲ। ਜਿਹੜਾ ਤਾਕਤ ਵਿੱਚ ਆਉਂਦਾ ਹੋਵੇ ਉਹਦੇ ਨਾਲ ਉਹਨੂੰ ਖੁੰਦਕ ਹੋ ਜਾਂਦੀ ਹੈ, ਤੇ ਉਹਨੂੰ ਭੈ ਵੀ ਹੁੰਦਾ ਹੈ ਵੀ ਮੇਰਾ ਨੁਕਸਾਨ ਨਾ ਹੋਏ, ਪਦਵੀ ਨਾ ਚਲੀ ਜਾਏ, ਮੈਨੂੰ ਕਿਤੇ ਰਾਜ ਮਹਿਲ ਤੋਂ ਵਿਰਵੇ ਨਾ ਹੋਣਾ ਪਏ, ਕਿਤੇ ਮੇਰੇ ਹੁਕਮ ਚਲਾਉਣ ਦੀ ਤਾਕਤ ਨਾ ਗਵਾ। ਡਰ ਵੀ ਰਹਿੰਦਾ, ਉਹ ਵੈਰ ਭਾਵਨਾ ਵਿੱਚ ਵੀ ਜੀਂਦਾ ਹੈ, ਉਹ ਡਰ ਦੇ ਸਾਏ ਹੇਠ ਵੀ ਜੀਂਦਾ ਹੈ। ਉਹਦੀ ਜ਼ਿੰਦਗੀ ਭਾਵੇਂ ਪਦਾਰਥਾਂ ਦੇ ਘੇਰੇ ਵਿੱਚ ਹੁੰਦੀ ਹੈ, ਪਰ ਇਹਦੇ ਬਾਵਜੂਦ ਵੀ ਉਹ ਅੰਦਰੋਂ ਡਿਸਟਰਬ ਹੁੰਦਾ ਹੈ, ਇੱਕ ਦੌੜ ਵਿੱਚ ਹੁੰਦਾ ਹੈ, ਹਰ ਵੇਲੇ, ਹਰ ਘੜੀ, ਹਰ ਪਲ। ਭਗਤ ਜੀ ਕਹਿੰਦੇ ਨੇ ਹੋ ਸਕਦਾ ਰਾਜਾ ਵੀ ਰਾਜ ਗੱਦੀ ਤੇ ਬਹਿ ਕੇ, ਹੁਕਮਰਾਨ ਵੀ ਹੁਕੂਮਤ ਕਰਦਿਆਂ ਹੋਇਆਂ ਉਹ ਸੁੱਖ ਪ੍ਰਾਪਤ ਨਾ ਕਰੇ ਜਿਹੜਾ ਸੁੱਖ ਮੈਨੂੰ ਪਰਮੇਸ਼ਰ ਵਾਹਿਗੁਰੂ ਦੀ ਯਾਦ ਤੇ ਚੇਤੇ ਵਿੱਚੋਂ ਪ੍ਰਾਪਤ, ਕਿਉਂਕਿ ਮੇਰੇ ਕੋਲ ਮਨ ਦੀ ਤਸੱਲੀ ਤੇ ਅੰਦਰ ਦਾ ਸੁੱਖ ਹੈ, ਜਿਸ ਸੁੱਖ ਨੂੰ ਡਿਫਾਈਨ ਕਰ ਰਹੇ ਨੇ ਕਬੀਰ ਜੀ ਮਹਾਰਾਜ। ਇਸ ਲਈ ਉਹ ਆਰੰਭ ਦੇ ਵਾਕ ਵਿੱਚ ਕਹਿੰਦੇ ਅਗਨ ਨਾ ਦਹੈ। ਇਹ ਜਿਹੜਾ ਧਨ, ਜਿਹੜੀ ਦੌਲਤ ਮੇਰੇ ਕੋਲ, ਇਹਨੂੰ ਕੋਈ ਦੁਨੀਆ ਦੀ ਅੱਗ ਸਾੜ ਨਹੀਂ ਸਕਦੀ।
ਇਸ ਨੂੰ ਅੱਗ ਸਾੜਦੀ ਨਹੀਂ। ਬਾਕੀ ਦੌਲਤਾਂ ਨੂੰ ਆਪਾਂ ਬਚਾ ਕੇ ਰੱਖਦੇ ਹਾਂ, ਹਵਾ 'ਚ ਨਾ ਉੱਡ ਜਾਏ, ਅੱਗ ਨਾ ਸਾੜ ਦੇਵੇ, ਪਾਣੀ 'ਚ ਨਾ ਡੁੱਬ ਜਾਏ, ਚੋਰ ਨਾ ਚੋਰੀ ਕਰ ਲੈ। ਪਰ ਭਗਤ ਜੀ ਕਹਿੰਦੇ ਇਹ ਐਸੀ ਦੌਲਤ ਹੈ ਅੱਗ 'ਚ ਨਹੀਂ ਸੜਦੀ। ਇਹ ਦੌਲਤ ਜਦੋਂ ਕਮਾਓ ਫਿਰ ਤ੍ਰਿਸ਼ਨਾ ਦੀ ਅੱਗ ਤੁਹਾਨੂੰ ਪੋਹ ਨਹੀਂ ਸਕਦੀ। ਪਵਨ ਨਹੀਂ ਮਗਨ ਹੈ, ਫਿਰ ਵਾਸ਼ਨਾ ਵੀ ਇਹਦੇ ਉੱਤੇ ਅਸਰ ਅੰਦਾਜ਼ ਨਹੀਂ ਹੁੰਦੀ। ਫਿਰ ਕਹਿੰਦੇ ਨੇ ਤਸਕਰ ਨੇਰ ਨਾ ਆਵੇ, ਤੇ ਚੋਰ ਵੀ ਇਹਦੇ ਨੇੜੇ ਨਹੀਂ ਆਉਂਦਾ। ਚੋਰ ਇਹਨੂੰ ਚੋਰੀ ਨਹੀਂ ਕਰ ਸਕਦਾ। ਕਿਸੇ ਕੋਲੋਂ ਕਿਸੇ ਦੀ ਜੇਬ ਕੱਟੀ ਜਾ ਸਕਦੀ, ਸਬਰ ਥੋੜੀ ਖੋਇਆ ਜਾ ਸਕਦਾ ਉਹਦਾ। ਉਹਦੀ ਨਿਮਰਤਾ, ਹਲੇਮੀ, ਅੰਦਰ ਦਾ ਚਾਓ, ਉਹਦੇ ਅੰਦਰ ਦਾ ਉਤਸ਼ਾਹ, ਉਹਦੇ ਅੰਦਰ ਦੀ ਚੜ੍ਹਦੀ ਕਲਾ ਦੀ ਜਿਹੜੀ ਫੀਲਿੰਗ ਹੈ, ਜਿਹੜਾ ਸੁਭਾਅ ਹੈ ਉਹਦਾ, ਇਹ ਗੁਣ ਜੇ ਉਹਨੇ ਕਮਾਏ ਹੋਏ ਨੇ ਤੇ ਉਹਦੇ ਕੋਲੋਂ ਕੋਈ ਨਹੀਂ ਖੋ ਸਕਦਾ। ਕਲਗੀਧਰ ਮਹਾਰਾਜ ਕੋਲੋਂ ਆਨੰਦਪੁਰ ਗਿਆ, ਹਜ਼ੂਰ ਦੇ ਸੀਸ ਉੱਤੇ ਸਜੀ ਹੋਈ ਕਲਗੀ ਵੀ ਮਹਾਰਾਜ ਨੇ ਤਿਆਗ ਦਿੱਤੀ ਚਮਕੌਰ ਵਿੱਚ ਆ ਕੇ। ਹਜ਼ੂਰ ਨੇ ਜੰਗਲਾਂ ਦਾ ਪੈਂਡਾ ਤੈਅ ਕੀਤਾ, ਪਰ ਕਲਗੀਧਰ ਮਹਾਰਾਜ ਦੀਆਂ ਖਾਸੀਅਤਾਂ ਤੇ ਖੂਬੀਆਂ ਨੂੰ ਦੁਨੀਆ ਦੀ ਕੋਈ ਤਾਕਤ ਖੋ ਨਹੀਂ ਸਕੀ। ਕਿਲੇ ਸਨ, ਕਿਲੇ ਗਵਾਚ ਗਏ, ਫਿਰ ਕੀ ਹੋਇਆ? ਬਣਾਏ ਸਨ ਤੇ ਵਿਸਰ ਗਏ। ਪਰਿਵਾਰ ਵੀ ਵਿਛੜਿਆ, ਜਾਨ ਅਸਾਰ ਹਜ਼ੂਰ ਦੇ ਜਿਹੜੇ ਸਹਾਬਾ ਸੰਗੀ ਸਨ ਉਹ ਵੀ ਵਿਛੜ ਗਏ। ਜੰਗਲਾਂ ਦਾ ਪੈਂਡਾ ਹਜ਼ੂਰ ਨੂੰ ਤੈਅ ਕਰਨਾ ਪਿਆ। ਪਰ ਕਲਗੀਧਰ ਮਹਾਰਾਜ ਦੀ ਜਿਹੜੀ ਕੁਆਲਿਟੀ ਹੈ, ਜਿਹੜੀ ਖਾਸੀਅਤ ਤੇ ਖੂਬੀ, ਜਿਹੜੀ ਅਜ਼ੀਮੋ ਸ਼ਾਨ ਉਹਨਾਂ ਨੂੰ ਵਾਹਿਗੁਰੂ ਨੇ ਬਖਸ਼ੀ ਹੈ, ਦੁਨੀਆ ਦੀ ਕੋਈ ਤਾਕਤ ਉਹਨਾਂ ਕੋਲੋਂ ਨਹੀਂ ਖੋ ਸਕੀ। ਨਾ ਸਬਰ, ਨਾ ਸੰਤੋਖ, ਨਾ ਟਿਕਾਓ, ਨਾ ਸਹਿਜ, ਨਾ ਧੀਰਜ, ਨਾ ਆਤਮਕ ਪ੍ਰਸੰਨਤਾ ਤੇ ਅੰਦਰ ਦਾ ਆਨੰਦ। ਉਹ ਤਾਂ ਮਹਾਨ ਗੁਣਾਂ ਦੇ ਮੁਜੱਸਮੇ ਸਨ। ਇੱਕ ਵੀ ਕੋਈ ਗੁਣ ਉਹਨਾਂ ਕੋਲੋਂ ਖੋਇਆ ਨਹੀਂ ਜਾ ਸਕਿਆ। ਤਸਕਰ ਨੇਰ ਨਾ ਆਵੇ। ਹਜ਼ੂਰ ਕਹਿੰਦੇ ਰਾਮ ਨਾਮ ਧਨ ਕਰ ਸੰਚਾਉਨੀ, ਹੈ ਭਾਈ ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਧਨ ਇਕੱਠਾ ਕਰ। ਸੋ ਧਨ ਕਤੀ ਨਾ ਜਾਵੇ। ਉਹ ਧਨ ਕਿਤੇ ਨਹੀਂ ਜਾਂਦਾ, ਗਵਾਚਦਾ ਨਹੀਂ, ਖਰਾਬ ਨਹੀਂ ਹੁੰਦਾ, ਖੁੱਸਦਾ ਨਹੀਂ। ਇਸ ਧਨ ਕਾਰਨ ਸ਼ਿਵ ਸਨਕਾਦਿਕ ਖੋਜਤ ਭਏ ਉਦਾਸੀ। ਕਹਿੰਦੇ ਇਸ ਅਜ਼ੀਮੋ ਦੌਲਤ ਨੂੰ ਪ੍ਰਾਪਤ ਕਰਨ ਵਾਸਤੇ ਸ਼ਿਵ ਆਦਿਕ ਤਪ ਕਰਦੇ ਰਹੇ ਕਿ ਮੈਂ ਇੱਕ ਐਸੇ ਮਰਾਤਬੇ ਦੇ, ਫਿਰ ਵੀ ਉਹਨੂੰ ਉਹਦਾ ਸਾਰੇ ਯਤਨਾਂ ਕਰਕੇ ਉਹਦਾ ਤਾਮਸੀ ਸੁਭਾਅ ਖਤਮ ਨਹੀਂ ਹੋ ਸਕਿਆ। ਸਨਕਾਦਿਕ ਜਿਹੜੇ ਨੇ ਉਹ ਖੋਜਦਿਆਂ ਵਿਰਕਤ ਹੋ ਗਏ। ਕਿਵੇਂ ਮਿਲੇਗਾ ਕਬੀਰ ਜੀ? ਜੇ ਸ਼ਿਵ ਸਨਕਾਦਿਕ ਨੂੰ ਨਹੀਂ ਮਿਲਿਆ ਤੇ ਸਾਨੂੰ ਕਿਵੇਂ ਮਿਲੇਗਾ? ਜੁਗਤ ਦੱਸਦੇ ਨੇ, ਕਹਿੰਦੇ ਨੇ ਮਨ ਮੁਕੰਦ ਉਸ ਮੁਕਤੀ ਦਾਤੇ ਪਰਮੇਸ਼ਰ ਨੂੰ ਮਨ ਵਿੱਚ ਵਸਾ। ਜੀਵਾ ਨਾਰਾਇਣ ਤੇ ਰਸਨਾ ਤੋਂ ਮੀਤਿਆ, ਯਾਨੀ ਕਿ ਆਪਣੀ ਊਰਜਾ ਜਿਹੜੀ ਹੈ, ਆਪਣੀ એનર્ਜੀ ਜਿਹੜੀ ਹੈ, ਉਹਨੂੰ ਉਸ ਪਾਸੇ ਨੂੰ ਤੋਰ, ਮਨ ਕਰਕੇ ਵੀ, ਤਨ ਕਰਕੇ ਵੀ। ਕੀ ਹੋਏਗਾ ਇਸ ਨਾਲ? ਪਰੈ ਨਾ ਜੰਮ ਕੀ ਫਾਸੀ, ਆਤਮਕ ਮੌਤ ਦੀ ਫਾਹੀ ਤੇਰੇ ਗਲ ਨਹੀਂ ਪਏਗੀ। ਤੂੰ ਵਿਸ਼ੇ ਵਿਕਾਰਾਂ ਦਾ ਖਾਜਾ ਨਹੀਂ ਬਣੇਗਾ। ਫਿਰ ਫਰਮਾਉਂਦੇ ਨਿਜ ਧਨ ਗਿਆਨ। ਕਹਿੰਦੇ ਨੇ ਇੱਕ ਗੱਲ ਸਮਝ ਲੈ, ਜਿਹੜਾ ਆਤਮਕ ਅਨੁਭਵ ਹੈ ਨਾ, ਇਹ ਤੇਰਾ ਆਪਣਾ ਕਮਾਇਆ ਧਨ ਹੈ, ਇਹਨੂੰ ਕੋਈ ਨਹੀਂ ਖੋ ਸਕਦਾ। ਬਾਕੀ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਜਾਂਦੀਆਂ, ਹਰ ਕੋਈ ਬੰਦਾ ਕੰਟਰੋਲ ਲੈਣ ਦੀ ਤਾਕ 'ਚ ਹੀ ਰਹਿੰਦਾ ਹੈ ਕਿ ਦੂਜੇ ਕੋਲ ਜੋ ਹੈ ਉਹ ਮੈਨੂੰ ਕੰਟਰੋਲ ਮਿਲ ਜਾਏ। ਹਰ ਜਗ੍ਹਾ ਤੇ ਹੀ ਹੈ, ਘਰਾਂ ਵਿੱਚ ਵੀ, ਪਰਿਵਾਰਾਂ ਵਿੱਚ ਵੀ। ਆਪਾਂ ਵੇਖਦੇ ਹਾਂ ਪਰਿਵਾਰ ਦੇ ਦੋ ਜੀਆਂ ਦਾ ਹੀ ਕੰਟਰੋਲ ਤੋਂ ਟਕਰਾਅ ਹੋ ਜਾਂਦਾ। ਉਹ ਕਹਿੰਦਾ ਮੇਰੀ ਸੁਣੋ, ਮੈਂ ਦੱਸਦਾ। ਬਜ਼ੁਰਗ ਜਦੋਂ ਹੋ ਜਾਂਦੇ ਨੇ ਤਾਂ ਉਹ ਆਪੇ ਹੀ ਚਾਬੀਆਂ ਸੁੱਟ ਦਿੰਦੇ ਨੇ, ਕਹਿੰਦੇ ਜੀ ਸਾਡੀ ਹੁਣ ਵਾਹ ਨਹੀਂ ਰਹੀ। ਤੇ ਜੇ ਤਾਕਤ ਹੋਵੇ ਤੇ ਪਹਿਲਾਂ ਹੀ ਘਰ ਵਿੱਚ ਥੋੜ੍ਹੀ ਥੋੜ੍ਹੀ ਗੱਲ ਚੱਲਣੀ ਸ਼ੁਰੂ ਹੋ ਜਾਂਦੀ ਵੀ ਇਕੱਲਾ ਹੀ ਚੌਧਰੀ ਬਣਿਆ। ਇਹ ਹਰ ਜਗ੍ਹਾ ਤੇ ਹਰ ਬੰਦਾ ਚਾਹੁੰਦਾ ਹੈ ਵੀ ਕੰਟਰੋਲ ਮੇਰੇ ਕੋਲ ਹੋਵੇ। ਘਰ ਪਰਿਵਾਰ ਤੋਂ ਲੈ ਕੇ ਸੰਸਥਾਵਾਂ ਤੱਕ, ਮਜ਼ਹਬੀ ਅਦਾਰਿਆਂ ਤੱਕ, ਸਰਕਾਰਾਂ ਤੱਕ, ਹਰ ਜਗ੍ਹਾ ਹੀ ਇਹੋ ਹਾਲ ਹੈ। ਵਪਾਰੀ ਦਾ ਵਪਾਰੀ ਨਾਲ ਟਕਰਾਅ ਹੈ, ਪੁਜਾਰੀ ਦਾ ਪੁਜਾਰੀ ਨਾਲ ਟਕਰਾਅ ਹੈ, ਹਰ ਧੰਦੇ ਵਿੱਚ ਟਕਰਾਅ, ਕਿਉਂਕਿ ਕੰਟਰੋਲ ਦਾ ਰੌਲਾ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਹਜ਼ੂਰ ਕਹਿੰਦੇ ਪਰ ਇਹ ਇੱਕ ਐਸੀ ਅਜ਼ੀਮ ਦੌਲਤ ਹੈ ਜਿਹੜੀ ਤੈਥੋਂ ਕੋਈ ਖੋ ਨਹੀਂ ਸਕਦਾ। ਇਹ ਤੇਰਾ ਆਪਣਾ ਕਮਾਇਆ ਹੋਇਆ, ਦੂਜੀਆਂ ਚੀਜ਼ਾਂ ਦੂਜਿਆਂ ਦੀਆਂ ਦਿੱਤੀਆਂ ਹੋਈਆਂ ਨੇ।
ਜਿਨ੍ਹਾਂ ਨੇ ਦਿੱਤੀਆਂ ਨੇ ਉਹ ਖੋ ਵੀ ਲੈਣਗੇ ਕੱਲ੍ਹ ਨੂੰ। ਇਹ ਚੇਤਾ ਰੱਖ ਵੀ ਇਹ ਖੁੱਸ ਸਕਦੀ ਹੈ, ਗਵਾਚ ਸਕਦੀ, ਜਿਵੇਂ ਆਈ ਹੋਵੇ ਜਾਏਗੀ। ਮਹਾਰਾਜ ਕਹਿੰਦੇ ਨੇ ਭਗਤ ਗੁਰ ਦੀਨੀ, ਗੁਰੂ ਨੇ ਕਿਰਪਾ ਕਰਕੇ ਜਿਸ ਨੂੰ ਵਾਹਿਗੁਰੂ ਦੀ ਭਗਤੀ ਦੀ ਦਾਤ ਬਖਸ਼ੀ, ਉਹਨੂੰ ਇਸ ਗੱਲ ਦੀ ਸਮਝ ਪੈ ਗਈ। ਤਾਸ ਸੁਮਤ ਮਨ ਲਾਗਾ, ਉਹਦਾ ਸਮਝਿਆ ਹੋਇਆ ਮਨ, ਗੁਰੂ ਦੀ ਸਿੱਖਿਆ ਨਾਲ ਸੁਮਤ ਵਾਲਾ ਮਨ ਜਿਹੜਾ ਹੈ ਉਹ ਫਿਰ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾਂਦਾ। ਜਲ ਤੇ ਅੰਬ, ਅੰਬ ਪਾਣੀ ਨੂੰ ਕਹਿੰਦੇ ਨੇ। ਮਾਨੋ ਸੜਦੇ ਹੋਏ ਨੂੰ ਜਿਵੇਂ ਪਾਣੀ ਮਿਲ ਜਾਏ, ਸੜਦੀ ਚੀਜ਼ ਤੇ ਪਾਣੀ ਪਾ ਦੀਏ ਤੇ ਅੱਗ ਬੁਝ ਜਾਂਦੀ, ਉਹਦੇ ਮੰਦਰ ਦੀ ਤ੍ਰਿਸ਼ਨਾ ਐਵੇਂ ਬੁਝ ਜਾਂਦੀ ਹੈ। ਥੰਬ ਮਨ ਧਾਵਤ, ਜਿਵੇਂ ਭਟਕਦੇ ਡੋਲਦੇ ਡਿੱਗਦੇ ਬੰਦੇ ਨੂੰ ਥੰਮੀ ਦਾ ਸਹਾਰਾ ਮਿਲ ਜਾਏ, ਇਸ ਤਰ੍ਹਾਂ ਉਹਦਾ ਭਟਕਦਾ ਮਨ ਗੁਰੂ ਸ਼ਬਦ ਰਾਹੀਂ ਵਾਹਿਗੁਰੂ ਦੇ ਨਾਮ ਦਾ ਆਸਰਾ ਪਾ ਲੈਂਦਾ ਹੈ। ਭਰਮ ਬੰਧਨ ਭਉ ਭਾਗਾ, ਉਹਦੇ ਅੰਦਰ ਦੇ ਭਰਮਾਂ ਦੇ ਬੰਧਨ ਅਤੇ ਅੰਦਰ ਦੇ ਸੰਸੇ ਸਹਿਮ ਮੁੱਕ ਜਾਂਦੇ ਨੇ। ਕਹੈ ਕਬੀਰ ਮਦਨ ਕੇ ਮਾਤੇ, ਕਬੀਰ ਜੀ ਆਖਦੇ ਨੇ ਮਦਨ, ਵਾਸ਼ਨਾ ਦੇ ਮਸਤੇ ਹੋਏ ਬੰਦੇ, ਕਦੇ ਤੈਨੂੰ ਲੋਭ ਦੀ ਵਾਸ਼ਨਾ ਘੇਰਦੀ ਹੈ, ਕਦੇ ਹੰਕਾਰ ਦੀ, ਕਦੇ ਦ્વੈਸ਼ ਦੀ, ਕਦੇ ਕਾਮ ਦੀ, ਵੱਖ-ਵੱਖ ਵਾਸ਼ਨਾ ਵਿੱਚ ਤੂੰ ਮਸਤ ਹੋਇਆ ਰਹਿੰਦਾ ਹੈ। ਹਿਰਦੈ ਦੇਖ ਵਿਚਾਰੀ, ਆਪਣੇ ਹਿਰਦੇ ਵਿੱਚ ਮੇਰੇ ਇਸ ਉਪਦੇਸ਼ ਨੂੰ, ਮੇਰੇ ਇਸ ਕਥਨ ਨੂੰ ਵਿਚਾਰ ਕੇ ਵੇਖ। ਤੁਮ ਘਰ ਲੱਖ ਕੋਟ ਅਸ਼ਵ ਹਸਤੀ, ਬੇਸ਼ੱਕ ਤੇਰੇ ਘਰ ਵਿੱਚ ਲੱਖਾਂ ਕਰੋੜਾਂ ਹਾਥੀ ਘੋੜੇ, ਬੇਸ਼ੁਮਾਰ ਤੇ ਅਪਾਰ ਦੌਲਤਾਂ ਦਾ ਵਾਸਾ ਹੋਵੇ, ਪਰ ਮੈਂ ਖੁਸ਼ ਹਾਂ। ਕਬੀਰ ਜੀ ਤੁਸੀਂ ਕਿਉਂ ਪ੍ਰਸੰਨ ਹੋ? ਕਹਿੰਦੇ ਹਮ ਘਰ ਏਕ ਮੁਰਾਰੀ, ਮੇਰੇ ਹਿਰਦੇ ਘਰ ਵਿੱਚ ਕੇਵਲ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਹੈ, ਉਹਦੀ ਰਜ਼ਾ, ਉਹਦੇ ਹੁਕਮ, ਉਹਦੇ ਗੁਣਾਂ ਦਾ ਵਾਸਾ ਹੈ। ਇਸ ਲਈ ਥੋੜ੍ਹਾ ਹੋਵੇ ਮੈਂ ਤਾਂ ਖੁਸ਼ ਹਾਂ, ਬਹੁਤਾ ਹੋਵੇ ਮੈਂ ਤਾਂ ਵੀ ਖੁਸ਼ ਹਾਂ। ਗਰੀਬ ਨਵਾਜ ਕਿਰਪਾ ਕਰਨ। ਸ਼ਬਦ ਦਾ ਉਪਦੇਸ਼ ਸਾਡੇ ਮਨ ਹਿਰਦਿਆਂ 'ਚ ਵਸੇ, ਭੁੱਲ ਚੁੱਕ ਦੀ ਖਿਮਾ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।